ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ In the previous video, we discussed and translated the 6th pauri of Japji Sahib. Today, we will be bringing forth the translation of the 7th pauri. ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਜਪਜੀ ਸਾਹਿਬ ਜੀ ਦੀ 6ਵੀਂ ਪੌੜੀ ਦੀ ਵਿਚਾਰ ਆਪ ਸਾਰਿਆਂ ਦੇ ਨਾਲ ਸਾਂਝੀ ਕੀਤੀ ਸੀ। ਅੱਜ ਇਸ ਲੜੀ ਨੂੰ ਅੱਗੇ ਤੋਰਦੇ ਹਾਂ, ਜਪਜੀ ਸਾਹਿਬ ਜੀ ਦੀ 7ਵੀਂ ਪੌੜੀ ਦੀ ਵਿਚਾਰ ਸਾਂਝੀ ਕੀਤੀ ਜਾਵੇਗੀ। So first and foremost, let us begin by doing the part of this pauri followed by its translation. ਆਓ ਸਭ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੀ 7ਵੀਂ ਪੌੜੀ ਦੇ ਪਾਠ ਦੇ ਨਾਲ ਜੁੜੀਏ ਔਰ ਪਾਠ ਤੋਂ ਉਪਰੰਤ ਇਸ ਪੌੜੀ ਦੀ ਵਿਚਾਰ ਆਪ ਸਾਰਿਆਂ ਦੇ ਨਾਲ ਸਾਂਝੀ ਕੀਤੀ ਜਾਵੇਗੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। So in this pauri, Guru Padshah begins by using an example that was prevalent in society at that time. ਇਸ ਪੌੜੀ ਦੀ ਸ਼ੁਰੂਆਤ ਗੁਰੂ ਪਾਤਸ਼ਾਹ ਇੱਕ ਪ੍ਰਚਲਿਤ ਉਦਾਹਰਣ ਨੂੰ ਲੈ ਕੇ ਕਰਦੇ ਨੇ। Because at that time the yogis, who were a religious group in India, they had this belief, and they still have this belief to this day, by performing certain postures of yoga, by somehow controlling the way we breathe, by somehow controlling the breaths that we take, we can prolong our lives. We can add years to our lives. ਉਸ ਵੇਲੇ ਇੱਕ ਮਨੌਤ ਪ੍ਰਚਲਿਤ ਸੀ, ਯੋਗੀਆਂ ਦੇ ਵਿੱਚ ਇਹ ਮਨੌਤ ਪ੍ਰਚਲਿਤ ਸੀ ਔਰ ਅੱਜ ਵੀ ਪ੍ਰਚਲਿਤ ਹੈ ਕਿ ਉਹ ਯੋਗਾ ਕਰਦੇ ਨੇ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਆਪਣੇ ਸਾਹਾਂ ਦੇ ਉੱਤੇ ਰੋਕ ਲਾ ਸਕਦੇ ਨੇ ਤੇ ਸਾਹਾਂ ਦੇ ਉੱਤੇ ਰੋਕ ਲਾਉਣ ਦੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਲੰਮੀ ਕਰ ਸਕਦੇ ਨੇ, ਉਹ ਆਪਣੀ ਉਮਰ ਵਧਾ ਸਕਦੇ ਨੇ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ, ਜਿਹਦਾ ਆਪਾਂ ਬਾਣੀ ਵਿੱਚ ਵੀ ਪੜ੍ਹਦੇ ਹਾਂ, ਵੀ ਵੱਡੀ ਆਰਜਾ ਫਿਰ ਜਨਮੇ ਹਰਸ਼ੋਂ ਸੰਗ ਨਾ ਗਹਿਆ। Now Guru Pasha uses that example, uses symbolism, and says you can live for thousands of years. Imagine that you had a life that was 10,000 of years long. ਵੀ ਕਹਿੰਦੇ ਨੇ ਮਨੌਤ ਇੱਕ ਪ੍ਰਚਲਿਤ ਨੂੰ ਲੈ ਕੇ, ਉਦਾਹਰਣ ਨੂੰ ਲੈ ਕੇ, ਮੁਹਾਵਰੇ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ ਮੰਨ ਲਓ ਵੀ ਹਜ਼ਾਰਾਂ ਸਾਲਾਂ ਲਈ ਤੁਸੀਂ ਜੀ ਸਕਦੇ ਹੋ, 10,000 ਸਾਲਾਂ ਲਈ ਤੁਹਾਡੀ ਜ਼ਿੰਦਗੀ ਹੋਵੇ, ਤੁਹਾਡੀ ਉਮਰ ਹੋਵੇ, ਵੀ tens of thousands of years you were to remain alive on this earth. ਨਵਾਂ ਖੰਡਾਂ ਵਿੱਚ ਜਾਣੀ ਹੈ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ। ਤੁਹਾਡਾ ਰਾਜ ਕਿਉਂ ਨਾ ਚੱਲੇ ਦੁਨੀਆ ਦੇ ਉੱਤੇ। Imagine that you were the ruler of this whole world. ਨਾਲ ਚੱਲੇ ਸਭ ਕੋਏ, ਤੁਹਾਡਾ ਹੁਕਮ ਚੱਲੇ ਸੰਸਾਰ ਦੇ ਉੱਤੇ, and people abided by your every command. ਚੰਗਾ ਨਾਉ ਰਖਾਏ ਕੈ, ਇਹ ਕਿਉਂ ਨਾ ਹੋਵੇ ਕਿ ਤੁਹਾਡਾ ਵਧੀਆ ਪ੍ਰਭਾਵ ਦੁਨੀਆ ਦੇ ਵਿੱਚ ਪਵੇ, ਦੁਨੀਆ ਦੇ ਲੋਕਾਂ ਦੇ ਉੱਤੇ ਪਵੇ, ਦੁਨੀਆ ਦੇ ਲੋਕ ਤੁਹਾਡੀਆਂ ਸਿਫਤਾਂ ਕਿਉਂ ਨਾ ਕਰਨ। Imagine that you had a great reputation in this world. Imagine that the people of the world day and night sung your praises. ਪਰ ਗੁਰੂ ਪਾਤਸ਼ਾਹ in the next ਪੰਕਤੀ, ਅਗਲੀ ਪੰਕਤੀ ਵਿੱਚ ਪਾਤਸ਼ਾਹ ਕਹਿੰਦੇ ਨੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ। And when our pracharaks translate this pankti, they will say, we imagine you had everything, imagine you had all these worldly treasures. But if God, who is a separate entity from this world, if that one God does not shower you with his blessings, then everything that you have is worthless. ਇੱਥੇ ਆਣ ਕੇ ਸਾਡੇ ਪ੍ਰਚਾਰਕ ਇਸ ਪੰਕਤੀ ਦੇ ਅਰਥ ਇਦਾਂ ਕਰਨਗੇ ਕਿ ਵੇਖੋ ਜੀ, ਤੁਹਾਡੇ ਕੋਲ ਸਾਰਾ ਕੁਝ ਕਿਉਂ ਨਾ ਹੋਵੇ, ਪਦਾਰਥ ਤੁਹਾਡੇ ਕੋਲ ਹੋਣ, ਰਾਜ ਤੁਹਾਡਾ ਚੱਲੇ, ਲੋਕ ਤੁਹਾਡੀ ਗੱਲ ਮੰਨਣ, ਤੁਹਾਡੀਆਂ ਸਿਫਤਾਂ ਕਰਨ, ਪਰ ਜੇ ਇੱਕ ਪਰਮਾਤਮਾ ਜਿਹੜਾ
ਧਰਤੀ ਤੋਂ ਅਲੱਗ ਬੈਠਾ ਹੈ, ਜੇ ਉਹ ਤੁਹਾਡੇ ਉੱਤੇ ਰਹਿਮਤ ਨਹੀਂ ਕਰਦਾ, ਜੇ ਉਹ ਤੁਹਾਡੇ ਉੱਤੇ ਕਿਰਪਾ ਨਾ ਕਰੇ, ਫਿਰ ਸਾਰੇ ਦਾ ਸਾਰਾ ਤੁਹਾਡਾ ਖਜ਼ਾਨਾ, ਜਿਹੜੇ ਤੁਹਾਡੇ ਸਾਰੇ ਪਦਾਰਥ ਹਨ, ਉਹ ਵਿਅਰਥ ਜਾਣਗੇ। ਠੀਕ ਹੈ ਜੀ। But when ਗੁਰਬਾਣੀ talks to us as individuals, ਜਦੋਂ ਅਸੀਂ ਗੁਰਬਾਣੀ ਦੇ ਨਜ਼ਰੀਏ ਰਾਹੀਂ ਇਹਨਾਂ ਅਰਥਾਂ ਨੂੰ ਪਰਖਾਂਗੇ, ਸਾਨੂੰ ਪਤਾ ਲੱਗ ਜਾਏਗਾ ਕਿ ਗੁਰੂ ਪਾਤਸ਼ਾਹ ਹੋਰ ਗੱਲ ਸਾਨੂੰ ਸਮਝਾਉਣਾ ਚਾਹੁੰਦੇ ਹਨ। We will understand that Guru Pasha is trying to explain something totally different than what we have perpetuated regarding these panktiyas. Because where does God live? We talk about this in every video. God is the system that is controlling nature, and that system lives within each and every individual. ਹਰੇਕ ਵੀਡੀਓ ਦੇ ਵਿੱਚ ਅਸੀਂ ਬੇਨਤੀ ਕਰੀਦੀ ਹੈ ਕਿ ਰੱਬ ਕੁਦਰਤ ਦੇ ਨਿਯਮਾਂ ਦੇ ਰੂਪ ਦੇ ਵਿੱਚ ਰਮਿਆ ਹੋਇਆ ਹੈ, ਔਰ ਰੱਬ ਤੁਹਾਡੇ ਤੋਂ ਅਲੱਗ ਨਹੀਂ ਕਿਤੇ ਬੈਠਾ, ਨਾ ਇੱਕ ਹੈ, ਨਾ ਰਮਿਆ ਹੋਇਆ ਹੈ। ਨਾ ਤੁਸੀਂ ਇਹ ਕਹਿ ਸਕਦੇ ਹੋ ਵੀ ਰੱਬ ਇੱਕ ਹੈ ਨਾਲੇ ਉਹ ਰਮਿਆ ਹੋਇਆ ਹੈ, ਨਾ ਤੁਸੀਂ ਇਹ ਕਹਿ ਸਕਦੇ ਹੋ ਕਿ ਰੱਬ ਬਾਹਰ ਬੈਠਾ ਸੰਸਾਰ ਨੂੰ ਚਲਾ ਰਿਹਾ ਹੈ, ਵੀ ਰੱਬ 7ਵੇਂ ਅਸਮਾਨ ਤੇ ਬੈਠਾ ਹੈ। ਨਹੀਂ, ਉਹ ਬਲਹਾਰੀ ਕੁਦਰਤ ਵਸਿਆ ਨਿਯਮਾਂ ਦੇ ਰੂਪ ਦੇ ਵਿੱਚ ਰਮਿਆ ਹੋਇਆ ਹੈ, ਤੇ ਦਿਲ ਮਹਿ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ ਤੁਹਾਡੇ ਵਿੱਚ ਉਹ ਰਹਿੰਦਾ ਹੈ। So what is Guru Pasha trying to explain to us? ਵੀ ਜੇ ਤਿਸ ਨਦਰ ਨਾ ਆਵੇ, if God is within us, what does Guru Pasha mean? ਗੁਰੂ ਪਾਤਸ਼ਾਹ ਇਹ ਸਮਝਾਉਣਾ ਚਾਹੁੰਦੇ ਨੇ ਸਾਨੂੰ ਵੀ ਤੇਰੇ ਕੋਲ ਸਾਰਾ ਕੁਝ ਕਿਉਂ ਨਾ ਹੋਵੇ, ਰਾਜ ਚੱਲੇ ਤੇਰਾ, you can be a king of the whole world, your people will listen to your every command, people will sing your praises day and night, you can live for thousands of years, you can live for tens of thousands of years, but if you do not have who you are as an individual, if you do not have an understanding of yourself, then everything that you have is worthless. If you do not realize that what you have does not define who you are, then everything that you have is of no value. ਗੁਰੂ ਪਾਤਸ਼ਾਹ ਇਹ ਕਹਿੰਦੇ ਨੇ ਯਾਰ ਤੇਰੇ ਕੋਲ ਸਾਰਾ ਕੁਝ ਕਿਉਂ ਨਾ ਹੋਵੇ, ਹਜ਼ਾਰਾਂ ਸਾਲਾਂ ਲਈ ਤੁਹਾਡੀ ਉਮਰ ਹੋਵੇ, 10,000 ਸਾਲਾਂ ਲਈ ਤੇਰੀ ਉਮਰ ਹੋਵੇ, ਤੇਰਾ ਰਾਜ ਚੱਲੇ, ਦੁਨੀਆ ਦੇ ਲੋਕ ਤੇਰੀਆਂ ਸਿਫਤਾਂ ਗਾਉਣ, ਪਰ ਜੇ ਆਪਣਾ ਆਪ ਤੇਰੇ ਕੋਲ ਨਹੀਂ, ਫਿਰ ਸਾਰੇ ਦਾ ਸਾਰਾ ਤੇਰਾ ਖਜ਼ਾਨਾ, ਜਿਹੜੇ ਸਾਰੇ ਦੇ ਸਾਰੇ ਤੇਰੇ ਪਦਾਰਥ ਹਨ, ਉਹ ਵਿਅਰਥ ਜਾਣਗੇ। ਜਿਵੇਂ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਵੀ ਉਗਰ ਗਿਆ ਜੈਸਾ ਖੋਟਾ ਢਬੂਆ, ਨਦਰ ਸਰਾਫਾਂ ਆਇਆ। when you have that self reflection, ਜਦੋਂ ਆਪਣੇ ਆਪ ਦੇ ਨਾਲ ਗੱਲ ਹੋਈ, ਅੰਤਰਜਾਮੀ ਸਭ ਕਿਸ ਜਾਣੇ, that voice of conscious that is within you, ਜਿਹੜਾ ਅੰਤਰਜਾਮੀ ਤੁਹਾਡੇ ਅੰਦਰ ਬੈਠਾ ਹੈ, ਜਿਹੜੀ ਆਵਾਜ਼ ਤੁਹਾਡੇ ਅੰਦਰ ਬੋਲਦੀ ਹੈ ਵੀ ਆਹ ਕੰਮ ਤੇਰੇ ਕਰਨ ਜੋਗਾ ਹੈ ਤੇ ਆਹ ਕੰਮ ਤੂੰ ਨਾ ਕਰੀ, ਜਦੋਂ ਉਹਦੇ ਨਾਲ ਗੱਲਬਾਤ ਹੋਈ, ਫਿਰ ਪਤਾ ਲੱਗ ਜਾਣਾ ਵੀ ਅੰਤਰਜਾਮੀ ਸਭ ਕਿਸ ਜਾਣੇ, ਉਸ ਤੇ ਕਹਾਂ ਛਪਾਇਆ। ਦੁਨੀਆ ਨੂੰ ਤੁਸੀਂ ਗੁੰਮਰਾਹ ਕਰ ਸਕਦੇ ਹੋ, ਮੈਂ ਰਾਜਾ ਹਾਂ ਜੀ, ਦੁਨੀਆ ਨੂੰ ਤੁਸੀਂ ਗੁੰਮਰਾਹ ਕਰ ਸਕਦੇ ਹੋ, ਮੈਂ ਧਰਮੀ ਹਾਂ ਜੀ, ਮੈਂ ਚੋਲਾ ਪਾਇਆ ਜੀ, ਮੈਂ ਗਾਤਰੇ ਕਿਰਪਾਨ ਪਾਈ ਹੈ ਜੀ, ਪਰ ਉਹ ਅੰਤਰਜਾਮੀ ਨੂੰ, ਉਹ ਜਿਹੜਾ ਤੇਰੇ ਅੰਦਰ ਬੈਠਾ ਹੈ, ਉਹਨੂੰ ਤੁਸੀਂ ਗੁੰਮਰਾਹ ਨਹੀਂ ਕਰ ਸਕਦੇ। You cannot trick that voice of reason, you cannot trick your conscious that is within you, that is telling you that what you are trying to be in front of the eyes of the world, you are not really that on the inside. ਜੇ ਤਿਸ ਨਜ਼ਰ ਨਾ ਆਵੇ, ਜੇ ਆਪਣੇ ਆਪ ਦੇ ਨਾਲ ਤੁਸੀਂ ਸੰਤੁਸ਼ਟ ਨਹੀਂ, if you are not satisfied with who you are as an individual, then everything that you have will be of no value. ਫਿਰ ਤੇਰੇ ਸਾਰੇ ਦੇ ਸਾਰੇ ਪਦਾਰਥ ਵਿਅਰਥ ਜਾਣਗੇ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, like an insect, like a worm, like a ਕੀੜਾ likes to live in filth. Guru Pasha says, so is that person who tries to trick the rest of the world, but on the inside he is filthy. He is like an insect who always wants to go back to that filth, who always wants to go back to that filthy lifestyle. Pasha ਕਹਿੰਦੇ ਨੇ ਜਿੱਦਾਂ ਕੀੜਾ ਜਿੱਦਾਂ ਵਿਸ਼ਟਾ ਦਾ ਕੀੜਾ ਵਿਸ਼ਟਾ ਵਿੱਚ ਰਹਿ ਕੇ ਸੰਤੁਸ਼ਟੀ ਮਹਿਸੂਸ ਕਰਦਾ ਹੈ, ਕਹਿੰਦੇ ਨੇ ਇਸੇ ਤਰ੍ਹਾਂ ਉਹ ਇਨਸਾਨ ਜਿਹਦੇ ਕੋਲ ਆਪਣਾ ਆਪ ਉਹਦੇ ਕੋਲ ਨਹੀਂ, ਜਿਹੜਾ ਦੁਨੀਆ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਾ ਹੈ, ਬਾਹਰੋਂ ਧਰਮੀ ਦਿਸਦਾ ਹੈ, ਬਾਹਰੋਂ ਸਾਫ਼ ਦਿਸਦਾ ਹੈ, ਪਰ ਅੰਦਰ ਮੈਲ ਨਾਲ ਭਰਿਆ ਪਿਆ ਹੈ। ਕਹਿੰਦੇ ਨੇ ਉਸ ਇਨਸਾਨ ਦੇ ਵਿੱਚ ਤੇ ਉਸ ਵਿਸ਼ਟਾ ਦੇ ਕੀੜੇ ਦੇ ਵਿੱਚ
कोई फर्क नहीं। मन इच्छे सुख माणदा किछ नाहीं विसूरे, सो प्रभ चित ना आवे, जे अपना आप तेरे कोल नहीं विष्टा के कीदे। कीटा अंदर कीट कर दोषी दोष धरे, पर एक गल है, one thing is for sure, भी नानक निर्गुण गुण करे। If one was to come to an understanding of who he is as an individual, who she is as an individual, if he was to gain Guru's wisdom, if he was to gain an understanding of the law of nature, then he can go from being worthless, then he can go from being virtueless to becoming virtuous, to living a virtuous lifestyle. ਕਹਿੰਦੇ ਜਿਹੜਾ ਆਪਣੇ ਆਪ ਨੂੰ ਪਛਾਣਦਾ ਹੈ, ਜਿਹੜਾ ਆਪਣੇ ਆਪ ਦੀ ਖੋਜ ਕਰਦਾ ਹੈ, ਜਿਹੜਾ ਗਿਆਨ ਹਾਸਲ ਕਰਕੇ ਕੁਦਰਤ ਦੇ ਨਿਯਮਾਂ ਦੀ ਸਮਝ ਪ੍ਰਾਪਤ ਕਰਦਾ ਹੈ, ਉਹ ਫਿਰ ਅਵਗੁਣਾ ਨੂੰ ਛੱਡ ਕੇ ਗੁਣਾਂ ਦਾ ਧਾਰਨੀ ਬਣ ਸਕਦਾ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਫਿਰ ਪਾਤਸ਼ਾਹ ਕਹਿੰਦੇ ਤੇਹਾ ਕੋਈ ਨਾ ਸੁਝੇ। That one who gains wisdom, who connects with himself, who understands the system of nature, who lives by Guru's teachings, Guru Pasha says there is no one like him in the rest of the world. Kings cannot even feel the satisfaction that that person feels. Yogis can live for thousands of years, can live for tens of thousands of years, but they will never feel that satisfaction that that person who connects with himself feels. ਪਾਤਸ਼ਾਹ ਕਹਿੰਦੇ ਨੇ ਜਿਹੜਾ ਆਪਣੇ ਆਪ ਦੇ ਨਾਲ ਜੁੜਦਾ ਹੈ, ਜਿਹੜਾ ਗਿਆਨ ਹਾਸਲ ਕਰਦਾ ਹੈ, ਜਿਹੜਾ ਨਿਯਮਾਂ ਦੀ ਸਮਝ ਪ੍ਰਾਪਤ ਕਰਦਾ ਹੈ, ਉਹ ਗੁਣਾਂ ਦਾ ਧਾਰਨੀ ਬਣਦਾ ਹੈ। ਪਾਤਸ਼ਾਹ ਕਹਿੰਦੇ ਨੇ ਉਸ ਇਨਸਾਨ ਦਾ ਸਾਨੀ ਨਹੀਂ। ਰਾਜਾ ਵੀ ਇੰਨੀ ਸੰਤੁਸ਼ਟੀ ਮਹਿਲਾਂ ਵਿੱਚ ਰਹਿ ਕੇ ਨਹੀਂ ਮਹਿਸੂਸ ਕਰ ਸਕਦਾ ਜਿੰਨਾ ਸੰਤੁਸ਼ਟ ਉਹ ਇਨਸਾਨ ਆਪਣੇ ਆਪ ਦੇ ਨਾਲ ਹੈ। ਜੋਗੀ ਹਜ਼ਾਰਾਂ ਸਾਲਾਂ ਲਈ ਜੀ ਸਕਦੇ ਹਨ, 10,000 ਲਈ ਉਹਨਾਂ ਸਾਲਾਂ ਲਈ ਉਹਨਾਂ ਦੀ ਉਮਰ ਕਿਉਂ ਨਾ ਹੋਵੇ, ਪਰ ਜੇ ਆਪਣੇ ਆਪ ਦੇ ਨਾਲ ਸੰਤੁਸ਼ਟ ਨਹੀਂ, ਪਾਤਸ਼ਾਹ ਕਹਿੰਦੇ ਨੇ ਉਹ ਉਸ ਇਨਸਾਨ ਦਾ ਮੁਕਾਬਲਾ ਨਹੀਂ ਕਰ ਸਕਦੇ ਜਿਹੜਾ ਐਨ ਸਵੈ ਮਾਣ ਨਾਲ ਭਰ ਕੇ ਇਹ ਗੱਲ ਕਹਿੰਦਾ ਹੈ ਵੀ ਅਬ ਤੋਂ ਜਾਏ ਚੜੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ। ਓਏ ਪੁਜਾਰੀਆ, ਤੂੰ ਮੈਨੂੰ ਕਹਿੰਦਾ ਸੀ ਨਾ ਮੈਂ ਸ਼ੂਦਰ ਹਾਂ। ਪੁਜਾਰੀਆ, you used to tell me that I am of a low caste, I cannot connect with God, ਹੁਣ ਰੋਕ ਕੇ ਦਿਖਾ ਮੈਨੂੰ। ਅਬ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਮੈਂ ਉਸ ਪਰਮਾਤਮਾ ਦੇ ਨਾਲ ਜੁੜ ਗਿਆ ਹਾਂ ਜਿਹੜਾ ਨਿਯਮਾਂ ਦੇ ਰੂਪ ਦੇ ਵਿੱਚ ਰਮਿਆ ਹੋਇਆ ਹੈ, ਜਿਹੜਾ ਗੁਣਾਂ ਦੇ ਰੂਪ ਦੇ ਵਿੱਚ ਮੇਰੇ ਵਿੱਚ ਬੈਠਾ ਹੈ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਜੇ ਫਰਕ ਲੱਭ ਸਕਦਾ ਹਾਂ ਤਾਂ ਲੱਭ ਕੇ ਵਿਖਾ ਮੈਨੂੰ। If you can find the difference between Kabir and God, then try to find that difference. I'll be waiting for you for the answer. ਜੇ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਵੀ ਤੂੰ ਬਾਹਮਣ ਮੈਂ ਕਾਂਸ਼ਿਕ ਜੁਲਹਾ, मोहे तोहे बराबरी कैसे को बने, हमरे राम नाम कहे उबरे। I have been saved, I have become virtuous by gaining wisdom and understanding the law of nature. मैं ਤਾਂ ਗਿਆਨ ਹਾਸਲ ਕਰਕੇ, ਮੈਂ ਤਾਂ ਨਿਯਮਾਂ ਦੀ ਸਮਝ ਪ੍ਰਾਪਤ ਕਰਕੇ ਗੁਣਾਂ ਵਾਲੇ ਰਾਹ ਤੇ ਤੁਰ ਪਿਆ ਹਾਂ। ਹਮਰੇ ਰਾਮ ਨਾਮ ਕਹੇ ਉਬਰੇ, ਤੇ ਵੇਦ ਭਰੋਸੇ ਪਾਂਡੇ ਡੂਬ ਮਰੇ। ਤੇ ਆਪਣੇ ਗਿਆਨ ਦੇ ਵਿੱਚ, ਆਪਣੇ ਹੰਕਾਰ ਦੇ ਵਿੱਚ ਪੁਜਾਰੀ ਲੋਕ, ਪੁਜਾਰੀ ਤਬਕਾ ਸੜ ਰਿਹਾ ਹੈ। ਮੇਰੇ ਵੱਲ ਵੇਖ ਕੇ ਉਹ ਸੜ ਰਹੇ ਨੇ। And the rest of the religious clergy who was saying that Kabir can't do this, who was calling Kabir crazy, they are the ones who are drowning in the knowledge of their religious texts. Why? Because they did not gain virtues, they did not gain wisdom, they did not gain an understanding of that system of nature. ਸੋ ਆਓ ਗੁਰਬਾਣੀ ਪੜ੍ਹ ਕੇ, ਗੁਰਬਾਣੀ ਵਿਚਾਰ ਕੇ ਆਜ਼ਾਦੀ ਨਾਲ ਆਪਣੇ ਫੈਸਲੇ ਆਪ ਲਈਏ, ਜਿਵੇਂ ਕਿ ਸਾਡਿਆਂ ਗੁਰੂ ਸਾਹਿਬਾਨਾਂ ਨੇ ਲਏ ਸਨ। Let us read ਗੁਰਬਾਣੀ, let us understand ਗੁਰਬਾਣੀ, let us implement ਗੁਰਬਾਣੀ into our daily lives so that we may live a life full of confidence, live a life full of freedom like our Guru Paatshah lived before us. ਗੁਰਬਾਣੀ ਪੜ੍ਹ ਕੇ, ਗੁਰਬਾਣੀ ਵਿਚਾਰ ਕੇ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅੱਜ ਦੀ ਡੇਟ ਵਿੱਚ ਮੇਰੀਆਂ ਜ਼ਿੰਮੇਵਾਰੀਆਂ ਕੀ ਹਨ ਔਰ ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ ਜਿਵੇਂ ਕਿ ਸਾਡਿਆਂ ਗੁਰੂ ਸਾਹਿਬਾਨਾਂ ਨੇ 500-600 ਸਾਲ ਪਹਿਲੋਂ ਦੁਨੀਆ ਨੂੰ, ਸਮਾਜ ਨੂੰ ਨਿਭਾ ਕੇ ਵਿਖਾਈਆਂ। ਅੱਜ ਲਈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।